प्यारे विद्यार्थियों, मैं बलकਰਨ ਸਿੰਘ अंग्रेजी अध्यापक सरकारी सीनियर सैकंडरी स्कूल सिखवाला ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਆਪਾਂ ਆਪਣੀ ਪਾਠ ਪੁਸਤਕ ਸਮਾਜਿਕ ਸਿੱਖਿਆ ਜਮਾਤ 7ਵੀਂ ਦੇ ਪਾਠ ਨੰਬਰ 14 ਮੁਗਲ ਸਾਮਰਾਜ ਬਾਰੇ ਅਧਿਐਨ ਕਰਾਂਗੇ। ਇਸ ਅਧੀਨ ਆਪਾਂ ਜਾਣਾਂਗੇ ਮੁਗਲ ਕੌਣ ਸਨ ਅਤੇ ਪਹਿਲੇ ਦੋ ਮੁਗਲ ਬਾਦਸ਼ਾਹ ਬਾਬਰ ਅਤੇ ਹਮਾਯੂ ਬਾਰੇ ਅਧਿਐਨ ਕਰਾਂਗੇ। ਸੋ ਵਿਦਿਆਰਥੀਓ, ਆਓ ਆਪਾਂ ਪਾਠ ਨੰਬਰ 14 ਮੁਗਲ ਸਾਮਰਾਜ ਦੇ ਭਾਗ ਪਹਿਲੇ ਦਾ ਅਧਿਐਨ ਕਰੀਏ। 15ਵੀਂ ਸਦੀ ਵਿੱਚ ਭਾਰਤੀ ਉਪ ਮਹਾਂਦੀਪ ਕਈ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜ ਆਪੋ ਆਪਣੀ ਪ੍ਰਭੂਸੱਤਾ ਲਈ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਕੀਤਾ ਅਤੇ ਉਸ ਦੇ ਪੁੱਤਰ ਦਾ ਵੀ ਅਪਮਾਨ ਕੀਤਾ ਸੀ। ਇਸ ਕਰਕੇ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਕਾਬਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ। ਬਾਬਰ ਨੇ 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ। ਆਓ ਹੁਣ ਆਪਾਂ ਜਾਣਦੇ ਹਾਂ ਕਿ ਮੁਗਲ ਕੌਣ ਸਨ। ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ। ਉਹਨਾਂ ਨੇ ਭਾਰਤ ਦੀ ਧਨ ਦੌਲਤ ਬਾਰੇ ਬਹੁਤ ਸੁਣਿਆ ਹੋਇਆ ਸੀ। ਉਹ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ। ਇਸੇ ਲਈ ਉਹਨਾਂ ਨੇ ਭਾਰਤ ਉੱਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਨਤੀਜੇ ਵਜੋਂ 1526 ਈਸਵੀ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿੱਚ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖ ਦਿੱਤੀ। ਹੁਣ ਆਪਾਂ ਕੁਝ ਮੁਗਲ ਬਾਦਸ਼ਾਹਾਂ ਅਤੇ ਉਹਨਾਂ ਦੇ ਰਾਜਕਾਲ ਦੇ ਸਮੇਂ ਬਾਰੇ ਜਾਣਦੇ ਹਾਂ। ਬਾਬਰ, ਜੋ ਕਿ ਪਹਿਲਾ ਮੁਗਲ ਸ਼ਾਸਕ ਅਤੇ ਮੁਗਲ ਸਾਮਰਾਜ ਦਾ ਸੰਸਥਾਪਕ ਸੀ, ਉਸ ਨੇ 1526 ਤੋਂ 1530 ਈਸਵੀ ਤੱਕ ਰਾਜ ਕੀਤਾ। ਹੁਮਾਯੂ ਨੇ 1530 ਤੋਂ 1540 ਅਤੇ ਫਿਰ 1555 ਤੋਂ 1556 ਈਸਵੀ ਤੱਕ ਰਾਜ ਕੀਤਾ। ਅਕਬਰ ਨੇ 1556 ਤੋਂ 1605 ਈਸਵੀ ਤੱਕ ਰਾਜ ਕੀਤਾ। ਜਹਾਂਗੀਰ ਨੇ 1605 ਈਸਵੀ ਤੋਂ 1627 ਈਸਵੀ ਤੱਕ ਰਾਜ ਕੀਤਾ। ਸ਼ਾਹਜਹਾਂ ਨੇ 1628 ਤੋਂ 1657 ਈਸਵੀ ਤੱਕ ਰਾਜ ਕੀਤਾ ਅਤੇ ਔਰੰਗਜ਼ੇਬ ਨੇ 1658 ਤੋਂ 1707 ਈਸਵੀ ਤੱਕ ਰਾਜ ਕੀਤਾ। ਆਓ ਵਿਦਿਆਰਥੀਓ, ਹੁਣ ਆਪਾਂ ਦੁਹਰਾਈ ਲਈ ਕੁਝ ਅਭਿਆਸ ਕਰਦੇ ਹਾਂ। ਸਭ ਤੋਂ ਪਹਿਲਾਂ ਖਾਲੀ ਥਾਵਾਂ। ਦਿੱਲੀ ਸਲਤਨਤ ਦਾ ਆਖਰੀ ਸੁਲਤਾਨ ਇਬਰਾਹਿਮ ਲੋਧੀ ਸੀ। ਪੰਜਾਬ ਦੇ ਸੂਬੇਦਾਰ ਦਾ ਨਾਮ ਦੌਲਤ ਖਾਂ ਲੋਧੀ ਸੀ। ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਵਿੱਚ ਹੋਈ। ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ। ਸਹੀ ਜਾਂ ਗਲਤ ਦੱਸੋ। ਛੋਟੇ-ਛੋਟੇ ਰਾਜ ਆਪਸ ਵਿੱਚ ਪ੍ਰਭੂਸੱਤਾ ਲਈ ਮਿਲ ਕੇ ਰਹਿੰਦੇ ਸਨ। ਇਹ ਕਥਨ ਗਲਤ ਹੈ।
ਕਿਉਂ ਜੋ ਆਪਾਂ ਪੜ੍ਹ ਕੇ ਆਏ ਹਾਂ ਕਿ ਛੋਟੇ ਛੋਟੇ ਰਾਜ ਆਪਸ ਵਿੱਚ ਪ੍ਰਭੂ ਸੱਤਾ ਲਈ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਸੋ ਇਹ ਕਥਨ ਗਲਤ ਹੈ। ਇਬਰਾਹਿਮ ਲੋਧੀ ਦੌਲਤ ਖਾਂ ਲੋਧੀ ਨਾਲ ਚੰਗਾ ਸਲੂਕ ਕਰਦਾ ਸੀ। ਇਹ ਕਥਨ ਵੀ ਗਲਤ ਹੈ ਕਿਉਂਕਿ ਇਬਰਾਹਿਮ ਲੋਧੀ ਦੌਲਤ ਖਾਂ ਲੋਧੀ ਨਾਲ ਬਹੁਤ ਬੁਰਾ ਸਲੂਕ ਕਰਦਾ ਸੀ। ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬੁਲਾਇਆ। ਇਹ ਕਥਨ ਸਹੀ ਹੈ। ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਵਿੱਚ ਹੋਈ। ਇਹ ਕਥਨ ਸਹੀ ਹੈ। ਇਸੇ ਲੜਾਈ ਤੋਂ ਬਾਅਦ ਮੁਗਲ ਸਾਮਰਾਜ ਦੀ ਨੀਂਹ ਭਾਰਤ ਵਿੱਚ ਪੱਕੀ ਹੋਈ। ਉੱਤਰ ਦਿਓ। ਮੰਗੋਲ ਸ਼ਾਸਕ ਕਿਸ ਦੇ ਉੱਤਰਾਧਿਕਾਰੀ ਸਨ? ਮੰਗੋਲਾਂ ਨੇ ਭਾਰਤ ਵਿੱਚ ਕਿਸ ਬਾਰੇ ਸੁਣਿਆ ਸੀ? ਬਾਬਰ ਨੇ ਇਬਰਾਹਿਮ ਲੋਧੀ ਨੂੰ ਕਿਸ ਲੜਾਈ ਵਿੱਚ ਹਰਾਇਆ? ਮੁਗਲ ਬਾਦਸ਼ਾਹ ਬਾਬਰ ਨੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ? ਅਕਬਰ ਦੇ ਰਾਜ ਦਾ ਸਮਾਂ ਕਾਲ ਕੀ ਸੀ? ਮੰਗੋਲ ਸ਼ਾਸਕ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ। ਮੰਗੋਲਾਂ ਨੇ ਭਾਰਤ ਵਿੱਚ ਧਨ ਦੌਲਤ ਬਾਰੇ ਸੁਣਿਆ ਸੀ। ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਲੜਾਈ ਵਿੱਚ ਹਰਾਇਆ। ਮੁਗਲ ਬਾਦਸ਼ਾਹ ਬਾਬਰ ਨੇ 1526 ਈਸਵੀ ਤੋਂ 1530 ਈਸਵੀ ਤੱਕ ਰਾਜ ਕੀਤਾ। ਅਕਬਰ ਨੇ 1556 ਤੋਂ 1605 ਈਸਵੀ ਤੱਕ ਰਾਜ ਕੀਤਾ। ਆਓ ਆਪਾਂ ਮੁਗਲ ਸਾਮਰਾਜ ਦੇ ਸੰਸਥਾਪਕ ਅਤੇ ਪਹਿਲੇ ਮੁਗਲ ਬਾਦਸ਼ਾਹ ਬਾਬਰ ਬਾਰੇ ਅਧਿਐਨ ਕਰਦੇ ਹਾਂ। ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਉਸ ਨੇ 1526 ਈਸਵੀ ਤੋਂ ਲੈ ਕੇ 1530 ਈਸਵੀ ਤੱਕ ਰਾਜ ਕੀਤਾ। ਬਾਬਰ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ 'ਤੇ ਹੀ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ। ਜਿਵੇਂ ਕਿ ਆਪਾਂ ਪਹਿਲਾਂ ਹੀ ਜਾਣ ਚੁੱਕੇ ਹਾਂ, ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਦੁਆਰਾ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬਹੁਤਾ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ। ਉਸ ਨੇ ਉਸ ਦੇ ਪੁੱਤਰ ਦਾ ਵੀ ਅਪਮਾਨ ਕੀਤਾ ਸੀ, ਜਿਸ ਕਰਕੇ ਦੌਲਤ ਖਾਂ ਲੋਧੀ ਨੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨਾਲ ਮਿਲ ਕੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ। 1526 ਈਸਵੀ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਦਿੱਤਾ ਅਤੇ ਉਸ ਤੋਂ ਬਾਅਦ ਦਿੱਲੀ ਅਤੇ ਆਗਰੇ ਉੱਤੇ ਕਬਜ਼ਾ ਕਰ ਲਿਆ। ਬਾਬਰ ਦੁਆਰਾ ਦਿੱਲੀ ਅਤੇ ਆਗਰੇ ਉੱਤੇ ਕਬਜ਼ਾ ਕਰਨ ਕਰਕੇ ਰਾਣਾ ਸਾਂਗਾ ਬਾਬਰ ਦੇ ਨਾਲ ਨਾਰਾਜ਼ ਹੋ ਗਿਆ। ਉਸ ਨੇ ਬਾਬਰ ਦੇ ਹੀ ਵਿਰੁੱਧ ਇੱਕ ਵਿਸ਼ਾਲ ਸੈਨਾ ਭੇਜੀ। ਬਾਬਰ ਨੇ ਰਾਣਾ ਸਾਂਗਾ ਨੂੰ 1527 ਈਸਵੀ ਵਿੱਚ ਕਾਨਵਾਹ ਦੀ ਲੜਾਈ ਵਿੱਚ ਹਰਾ ਦਿੱਤਾ। ਇਸ ਤਰ੍ਹਾਂ ਬਾਬਰ ਨੇ ਉੱਤਰੀ ਭਾਰਤ 'ਤੇ ਵੀ ਅਧਿਕਾਰ ਕਰ ਲਿਆ। ਉਸ ਨੇ 1528 ਈਸਵੀ ਵਿੱਚ ਚੰਦੇਰੀ ਦੀ ਲੜਾਈ ਵਿੱਚ ਰਾਜਪੂਤਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ। 1529 ਈਸਵੀ ਵਿੱਚ ਬਾਬਰ ਨੇ ਅਫਗਾਨਾਂ ਨੂੰ ਘਾਗਰਾ ਦੀ ਲੜਾਈ ਵਿੱਚ ਹਰਾਇਆ ਸੀ। 1530 ਈਸਵੀ ਵਿੱਚ ਮੁਗਲ ਬਾਦਸ਼ਾਹ ਬਾਬਰ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਹਮਾਯੂ ਉਸ ਦਾ ਉੱਤਰਾਧਿਕਾਰੀ ਨਿਯੁਕਤ ਹੋਇਆ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਦੁਹਰਾਈ ਕਰਦੇ ਹਾਂ। ਇਸ ਅਧੀਨ ਸਭ ਤੋਂ ਪਹਿਲਾਂ
ਸਹੀ ਮਿਲਾਨ ਕਰਨ ਦਾ ਅਭਿਆਸ। ਪਹਿਲਾ ਮੁਗਲ ਸ਼ਾਸਕ ਬਾਬਰ। ਪਾਣੀਪਤ ਦੀ ਲੜਾਈ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ। ਕਾਨਵਾਹਾ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਦੇ ਵਿਚਕਾਰ। ਚੰਦੇਰੀ ਦੀ ਲੜਾਈ ਬਾਬਰ ਅਤੇ ਰਾਜਪੂਤਾਂ ਵਿਚਕਾਰ। ਬਾਬਰ ਦੀ ਮੌਤ 1530 ਈਸਵੀ ਵਿੱਚ। ਖਾਲੀ ਥਾਵਾਂ। ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਬਾਬਰ ਮੱਧ ਏਸ਼ੀਆ ਤੋਂ ਭਾਰਤ ਆਇਆ। ਕਾਨਵਾਹਾ ਦੀ ਲੜਾਈ 1527 ਈਸਵੀ ਵਿੱਚ ਹੋਈ। ਬਾਬਰ ਨੇ ਰਾਜਪੂਤਾਂ ਨੂੰ ਚੰਦੇਰੀ ਦੀ ਲੜਾਈ ਵਿੱਚ ਹਰਾਇਆ। ਘਾਗਰਾ ਦੀ ਲੜਾਈ ਵਿੱਚ ਬਾਬਰ ਨੇ ਅਫਗਾਨਾਂ ਨੂੰ ਹਰਾਇਆ। ਆਓ ਹੁਣ ਵਿਦਿਆਰਥੀਓ ਆਪਾਂ ਦੂਜੇ ਮੁਗਲ ਬਾਦਸ਼ਾਹ ਅਤੇ ਬਾਬਰ ਦੇ ਵੱਡੇ ਪੁੱਤਰ ਹੁਮਾਯੂੰ ਬਾਰੇ ਅਧਿਐਨ ਕਰਦੇ ਹਾਂ। ਹੁਮਾਯੂੰ ਨੇ 1530 ਤੋਂ 1540 ਅਤੇ ਫਿਰ 1555 ਤੋਂ 1556 ਈਸਵੀ ਤੱਕ ਰਾਜ ਕੀਤਾ। ਹੁਮਾਯੂੰ ਬਾਬਰ ਦਾ ਵੱਡਾ ਪੁੱਤਰ ਸੀ। 1530 ਈਸਵੀ ਵਿੱਚ ਬਾਬਰ ਦੀ ਮੌਤ ਹੋ ਜਾਣ ਕਰਕੇ ਉਸ ਦਾ ਪੁੱਤਰ ਹੁਮਾਯੂੰ ਮੁਗਲ ਬਾਦਸ਼ਾਹ ਬਣਿਆ ਸੀ। ਪਰੰਤੂ 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਨੇ ਉਸ ਨੂੰ ਕਨੌਜ ਦੀ ਲੜਾਈ ਵਿੱਚ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ ਸੀ। ਕਈ ਸਾਲਾਂ ਦੇ ਬਨਵਾਸ ਤੋਂ ਬਾਅਦ 1555 ਈਸਵੀ ਵਿੱਚ ਹੁਮਾਯੂੰ ਨੇ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਦੁਬਾਰਾ ਦਿੱਲੀ ਉੱਪਰ ਅਧਿਕਾਰ ਕਰ ਲਿਆ ਸੀ। ਵਿਦਿਆਰਥੀਓ ਹੁਮਾਯੂੰ ਦਾ ਅਸਲ ਨਾਮ ਨਸੀਰੁਦੀਨ ਮੁਹੰਮਦ ਸੀ, ਪਰੰਤੂ ਉਹਨਾਂ ਨੂੰ ਹੁਮਾਯੂੰ ਦੇ ਨਾਮ ਤੋਂ ਹੀ ਜ਼ਿਆਦਾ ਜਾਣਿਆ ਗਿਆ। 1556 ਈਸਵੀ ਵਿੱਚ ਹੁਮਾਯੂੰ ਦੀ ਮੌਤ ਹੋ ਗਈ ਸੀ। ਆਓ ਵਿਦਿਆਰਥੀਓ ਹੁਣ ਆਪਾਂ ਕੁਝ ਪ੍ਰਸ਼ਨਾਂ ਦੇ ਉੱਤਰ ਜਾਣ ਲਈਏ। ਹੁਮਾਯੂੰ ਬਾਬਰ ਦਾ ਪੁੱਤਰ ਸੀ। ਹੁਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਨੇ ਹਰਾਇਆ। ਹੁਮਾਯੂੰ ਨੇ ਸਿਕੰਦਰ ਸੂਰੀ ਨੂੰ ਹਰਾ ਕੇ ਦਿੱਲੀ 'ਤੇ ਦੁਬਾਰਾ ਅਧਿਕਾਰ ਕਰ ਲਿਆ। ਹੁਮਾਯੂੰ ਦੀ ਮੌਤ 1556 ਈਸਵੀ ਵਿੱਚ ਹੋਈ। ਖਾਲੀ ਥਾਵਾਂ ਭਰੋ।
ਬਾਬਰ ਦੀ ਮੌਤ 1530 ਈਸਵੀ ਵਿੱਚ ਹੋਈ। ਸ਼ੇਰ ਸ਼ਾਹ ਸੂਰੀ ਨੇ 1540 ਵਿੱਚ ਹੁਮਾਯੂੰ ਨੂੰ ਹਰਾਇਆ। ਹੁਮਾਯੂੰ ਨੇ 1555 ਵਿੱਚ ਸਿਕੰਦਰ ਸੂਰੀ ਨੂੰ ਹਰਾਇਆ। ਹੁਮਾਯੂੰ ਦੀ ਮੌਤ 1556 ਈਸਵੀ ਵਿੱਚ ਹੋਈ। ਵਿਦਿਆਰਥੀਓ, ਹੁਣ ਆਪਾਂ ਪਾਠ ਦਾ ਅਧਿਐਨ ਕਰਨ ਤੋਂ ਬਾਅਦ ਕੁਝ ਯਾਦ ਰੱਖਣ ਯੋਗ ਨੁਕਤਿਆਂ ਬਾਰੇ ਅਧਿਐਨ ਕਰਦੇ ਹਾਂ। ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਪਾਣੀਪਤ ਦੀ ਪਹਿਲੀ ਲੜਾਈ 1556 ਈਸਵੀ ਵਿੱਚ ਹੋਈ। ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਸੀ। ਰਾਣਾ ਸਾਂਗਾ ਮੇਵਾੜ ਦਾ ਸ਼ਾਸਕ ਸੀ। ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ। ਕਾਨਵਾਹ ਦੀ ਲੜਾਈ 1527 ਈਸਵੀ ਵਿੱਚ ਹੋਈ। ਕਾਨਵਾਹ ਦੀ ਲੜਾਈ ਵਿੱਚ ਬਾਬਰ ਨੇ ਰਾਣਾ ਸਾਂਗਾ ਨੂੰ ਹਰਾਇਆ। ਚੰਦੇਰੀ ਦੀ ਲੜਾਈ 1528 ਈਸਵੀ ਵਿੱਚ ਹੋਈ। ਚੰਦੇਰੀ ਦੀ ਲੜਾਈ ਵਿੱਚ ਬਾਬਰ ਨੇ ਰਾਜਪੂਤਾਂ ਨੂੰ ਹਰਾਇਆ। ਘਾਗਰਾ ਦੀ ਲੜਾਈ 1529 ਵਿੱਚ ਹੋਈ। ਘਾਗਰਾ ਦੀ ਲੜਾਈ ਵਿੱਚ ਬਾਬਰ ਨੇ ਅਫਗਾਨਾਂ ਨੂੰ ਹਰਾਇਆ। ਬਾਬਰ ਦੀ ਮੌਤ 1530 ਈਸਵੀ ਵਿੱਚ ਹੋਈ। ਹੁਮਾਯੂੰ ਬਾਬਰ ਦਾ ਪੁੱਤਰ ਸੀ। ਸ਼ੇਰ ਸ਼ਾਹ ਸੂਰੀ ਨੇ 1540 ਈਸਵੀ ਵਿੱਚ ਹੁਮਾਯੂੰ ਨੂੰ ਹਰਾ ਦਿੱਤਾ। 1555 ਈਸਵੀ ਵਿੱਚ ਹੁਮਾਯੂੰ ਨੇ ਸਿਕੰਦਰ ਸੂਰੀ ਨੂੰ ਹਰਾਇਆ। ਹੁਮਾਯੂੰ ਦੀ ਮੌਤ 1556 ਈਸਵੀ ਵਿੱਚ ਹੋਈ। ਆਓ ਹੁਣ ਆਪਾਂ ਕੁਝ ਪ੍ਰਸ਼ਨਾਂ ਦੇ ਉੱਤਰ ਜਾਣਦੇ ਹਾਂ। ਪ੍ਰਸ਼ਨ ਨੰਬਰ ਪਹਿਲਾ, ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਕਿਉਂ ਸੱਦਾ ਭੇਜਿਆ ਸੀ? ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਕੀਤਾ ਅਤੇ ਉਸ ਦੇ ਪੁੱਤਰ ਦਾ ਵੀ ਅਪਮਾਨ ਕੀਤਾ। ਇਸ ਕਰਕੇ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ। ਪ੍ਰਸ਼ਨ ਨੰਬਰ 2, ਮੁਗਲ ਕਿਸ ਦੇ ਉੱਤਰਾਧਿਕਾਰੀ ਸਨ? ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਂ ਦੇ ਉੱਤਰਾਧਿਕਾਰੀ ਸਨ। ਪ੍ਰਸ਼ਨ ਨੰਬਰ 3, ਮੁਗਲ ਸਾਮਰਾਜ ਦੀ ਨੀਂਹ ਕਿਸ ਨੇ ਰੱਖੀ? ਮੁਗਲ ਸਾਮਰਾਜ ਦੀ ਨੀਂਹ ਮੁਗਲ ਬਾਦਸ਼ਾਹ ਬਾਬਰ ਨੇ ਰੱਖੀ। ਕਾਨਵਾਹ ਦੀ ਲੜਾਈ ਕਿਹਨਾਂ ਵਿਚਕਾਰ ਹੋਈ? ਕਾਨਵਾਹ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ ਹੋਈ। ਬਾਬਰ ਦੀ ਮੌਤ ਤੋਂ ਬਾਅਦ ਕੌਣ ਮੁਗਲ ਬਾਦਸ਼ਾਹ ਬਣਿਆ? ਬਾਬਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਹੁਮਾਯੂੰ ਮੁਗਲ ਬਾਦਸ਼ਾਹ ਬਣਿਆ।
प्रश्न नंबर 6 हुमायूं नूं किस ने हराया सी? हुमायूं नूं शेर शाह सूरी ने हराया सी। प्रश्न नंबर 7 हुमायूं ने दिल्ली उत्ते ਦੁਬਾਰਾ ਅਧਿਕਾਰ ਕਦੋਂ ਅਤੇ ਕਿਸ ਨੂੰ ਹਰਾ ਕੇ ਕੀਤਾ? ਹੁਮਾਯੂੰ ਨੇ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਦਿੱਲੀ 'ਤੇ 1555 ਈਸਵੀ ਨੂੰ ਦੁਬਾਰਾ ਅਧਿਕਾਰ ਕੀਤਾ। प्रश्न नंबर 8 हुमायूं की मौत कदों हुई? हुमायूं की मौत 1556 ईस्वी विच हुई। विद्यार्थियों हुण कुछ वाक हन जिन्हां बारे तुसीं दसना है कि वो सही हन या गलत। ਮੁਗਲ ਭਾਰਤ ਵਿੱਚ 1525 ਈਸਵੀ ਵਿੱਚ ਆਏ। ਇਹ ਕਥਨ ਗਲਤ ਹੈ। ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਭੇਜਿਆ। ਇਹ ਕਥਨ ਸਹੀ ਹੈ। ਸ਼ੇਰ ਸ਼ਾਹ ਸੂਰੀ ਮੁਗਲ ਸ਼ਾਸਕ ਸੀ। ਇਹ ਕਥਨ ਗਲਤ ਹੈ। ਹੁਮਾਯੂੰ ਦੀ ਮੌਤ 1560 ਈਸਵੀ ਵਿੱਚ ਹੋਈ। ਇਹ ਕਥਨ ਗਲਤ ਹੈ। ਹੁਮਾਯੂੰ ਦੀ ਮੌਤ 1556 ਈਸਵੀ ਵਿੱਚ ਹੋਈ ਸੀ। ਹੁਮਾਯੂੰ ਨੇ ਸ਼ੇਰ ਸ਼ਾਹ ਸੂਰੀ ਨੂੰ ਹਰਾ ਕੇ ਦਿੱਲੀ 'ਤੇ ਦੁਬਾਰਾ ਅਧਿਕਾਰ ਕੀਤਾ। ਇਹ ਕਥਨ ਵੀ ਗਲਤ ਹੈ। ਹੁਮਾਯੂੰ ਨੇ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਦਿੱਲੀ 'ਤੇ ਦੁਬਾਰਾ ਅਧਿਕਾਰ ਕੀਤਾ ਸੀ। ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ। ਇਹ ਕਥਨ ਸਹੀ ਹੈ। ਹੇਠ ਲਿਖੇ ਖਾਲੀ ਸਥਾਨ ਭਰੋ। ਤੁਝਕੇ ਬਾਬਰੀ ਬਾਬਰ ਦੀ ਆਤਮ ਜੀਵਨੀ ਹੈ। ਕਨਵਾਹਾ ਦੀ ਲੜਾਈ ਬਾਬਰ ਅਤੇ ਰਾਣਾ ਸਾਂਗਾ ਵਿਚਕਾਰ ਲੜੀ ਗਈ ਸੀ। ਬਾਬਰ ਦੇ ਪੁੱਤਰ ਦਾ ਨਾਮ ਹੁਮਾਯੂੰ ਸੀ। ਦਿੱਲੀ ਸਲਤਨਤ ਦਾ ਆਖਰੀ ਸੁਲਤਾਨ ਇਬਰਾਹਿਮ ਲੋਧੀ ਸੀ। ਬਾਬਰ ਨੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਪਾਣੀਪਤ ਦੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਨੇ ਦਿੱਲੀ ਅਤੇ ਆਗਰਾ ਉੱਤੇ ਕਬਜ਼ਾ ਕਰ ਲਿਆ। ਵਿਦਿਆਰਥੀਓ ਹੁਣ ਆਪਾਂ ਮੁਗਲ ਸਾਮਰਾਜ ਦਾ ਜੋ ਪਹਿਲਾ ਭਾਗ ਜਿਸ ਅਧੀਨ ਮੁਗਲ ਬਾਦਸ਼ਾਹ ਬਾਬਰ ਅਤੇ ਦੂਜੇ ਮੁਗਲ ਬਾਦਸ਼ਾਹ ਹੁਮਾਯੂੰ ਬਾਰੇ ਅਸੀਂ ਅਧਿਐਨ ਕੀਤਾ ਉਸ ਬਾਰੇ ਹੁਣ ਕੁਝ ਤੱਥ ਹਨ ਜਿਨ੍ਹਾਂ ਦੀ ਦੁਹਰਾਈ ਅਸੀਂ ਕਰਾਂਗੇ।
ਮੁਗਲ ਸਾਮਰਾਜ ਦੀ ਨੀਂਹ 1526 ਈਸਵੀ ਵਿੱਚ ਸਥਾਪਿਤ ਹੋਈ। ਕਿਉਂ ਜੋ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੁਆਰਾ ਬਾਬਰ ਨੂੰ ਭਾਰਤ ਉੱਪਰ ਹਮਲਾ ਕਰਨ ਲਈ ਬੁਲਾਇਆ ਗਿਆ ਸੀ। ਉਹਨਾਂ ਨੇ ਅਜਿਹਾ ਇਸ ਲਈ ਕੀਤਾ ਸੀ ਕਿਉਂਕਿ ਦਿੱਲੀ ਸਲਤਨਤ ਦਾ ਸੁਲਤਾਨ ਇਬਰਾਹਿਮ ਲੋਧੀ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬਹੁਤਾ ਚੰਗਾ ਸਲੂਕ ਨਹੀਂ ਕਰਦਾ ਸੀ। ਉਸ ਨੇ ਉਸ ਦੇ ਪੁੱਤਰ ਦਾ ਵੀ ਅਪਮਾਨ ਕੀਤਾ ਸੀ। ਇਸੇ ਚੀਜ਼ ਦਾ ਬਦਲਾ ਲੈਣ ਲਈ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ। ਬਾਬਰ ਦੀਆਂ ਜਿੱਤਾਂ। ਹੁਣ ਆਪਾਂ ਬਾਬਰ ਦੀਆਂ ਜਿੱਤਾਂ ਬਾਰੇ ਦੁਹਰਾਈ ਕਰਦੇ ਹਾਂ। ਬਾਬਰ ਨੇ ਸਭ ਤੋਂ ਪਹਿਲਾਂ 1526 ਈਸਵੀ ਵਿੱਚ ਪਾਣੀਪਤ ਦੀ ਲੜਾਈ ਇਬਰਾਹਿਮ ਲੋਧੀ ਨਾਲ ਲੜੀ। ਇਸ ਲੜਾਈ ਨੂੰ ਜਿੱਤ ਕੇ ਉਸ ਨੇ ਦਿੱਲੀ ਅਤੇ ਆਗਰੇ ਉੱਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਬਾਬਰ ਨੇ 1527 ਈਸਵੀ ਵਿੱਚ ਕਾਨਵਾਹਾ ਦੀ ਲੜਾਈ ਰਾਣਾ ਸਾਂਗਾ ਨਾਲ ਲੜੀ। ਹਾਲਾਂਕਿ ਬਾਬਰ ਨੂੰ ਰਾਣਾ ਸਾਂਗਾ ਅਤੇ ਦੌਲਤ ਖਾਂ ਲੋਧੀ ਦੋਹਾਂ ਨੇ ਭਾਰਤ ਉੱਪਰ ਹਮਲਾ ਕਰਨ ਲਈ ਸੱਦਾ ਦਿੱਤਾ ਸੀ, ਪਰੰਤੂ ਰਾਣਾ ਸਾਂਗਾ ਬਾਬਰ ਦੁਆਰਾ ਦਿੱਲੀ ਅਤੇ ਆਗਰੇ ਉੱਤੇ ਕਬਜ਼ਾ ਕਰਨ ਤੋਂ ਨਾਰਾਜ਼ ਹੋ ਗਿਆ ਸੀ, ਜਿਸ ਕਾਰਨ ਉਸ ਨੇ ਬਾਬਰ ਦੇ ਖਿਲਾਫ ਇੱਕ ਵਿਸ਼ਾਲ ਸੈਨਾ ਇਕੱਠੀ ਕੀਤੀ ਅਤੇ ਕਾਨਵਾਹਾ ਦੇ ਸਥਾਨ 'ਤੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ, ਜਿਸ ਵਿੱਚ ਬਾਬਰ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਸ ਦਾ ਉੱਤਰੀ ਭਾਰਤ 'ਤੇ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਬਾਬਰ ਨੇ ਰਾਜਪੂਤਾਂ ਖਿਲਾਫ 1528 ਵਿੱਚ ਚੰਦੇਰੀ ਦੀ ਲੜਾਈ ਲੜੀ। ਇਸ ਲੜਾਈ ਵਿੱਚ ਵੀ ਬਾਬਰ ਨੂੰ ਜਿੱਤ ਪ੍ਰਾਪਤ ਹੋਈ ਅਤੇ ਰਾਜਪੂਤ ਬੁਰੀ ਤਰ੍ਹਾਂ ਹਾਰ ਗਏ। ਫਿਰ ਇਸ ਤੋਂ ਬਾਅਦ ਬਾਬਰ ਨੇ ਅਫਗਾਨਾਂ ਦੇ ਖਿਲਾਫ ਘਾਗਰਾ ਦੀ ਲੜਾਈ ਲੜੀ, ਜੋ ਕਿ 1529 ਈਸਵੀ ਵਿੱਚ ਲੜੀ ਗਈ। ਇਸ ਤੋਂ ਬਾਅਦ 1530 ਈਸਵੀ ਵਿੱਚ ਬਾਬਰ ਦੀ ਮੌਤ ਹੋ ਗਈ। ਬਾਬਰ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਹੁਮਾਯੂੰ ਰਾਜਗੱਦੀ ਉੱਪਰ ਬੈਠਿਆ ਅਤੇ ਦੂਸਰਾ ਮੁਗਲ ਬਾਦਸ਼ਾਹ ਬਣਿਆ। ਉਸ ਨੂੰ ਵੀ 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਨੇ ਹਰਾ ਕੇ ਭਾਰਤ 'ਚੋਂ ਕੱਢ ਦਿੱਤਾ ਸੀ, ਪਰੰਤੂ 1555 ਈਸਵੀ ਵਿੱਚ ਹੁਮਾਯੂੰ ਨੇ ਵਾਪਸੀ ਕੀਤੀ ਅਤੇ ਸ਼ੇਰ ਸ਼ਾਹ ਸੂਰੀ ਦੇ ਹੀ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ